ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ ਮਾਈ ਵਰਲਡ ਦਾ 20th ਚੈਪਟਰ ਅਰਥ ਟੂ ਸਕਾਈ, ਧਰਤੀ ਤੋਂ ਆਕਾਸ਼ ਤੱਕ। ਆਓ ਪੜ੍ਹੀਏ ਕੁਝ ਨਵੀਆਂ ਗੱਲਾਂ। It was the first day of the school after summer vacation. गर्मी दियां छुट्टियां तो बाद आज स्कूल दा पहला दिन सी। Gagan was very sad. Teacher asked him the reason and Gagan replied that while he was coming back from his maternal grandparents' house, he saw a board at the bus stand which read, "If we do not use petrol and diesel judiciously, they would soon finish." ਤੇ ਗਗਨ ਬਹੁਤ ਉਦਾਸ ਸੀ ਤੇ ਅਧਿਆਪਕ ਨੇ ਉਸ ਤੋਂ ਪੁੱਛਿਆ ਕਿ ਕੀ ਕਾਰਨ ਹੈ ਤੇਰੀ ਉਦਾਸੀ ਦਾ। ਤੇ ਗਗਨ ਨੇ ਜਵਾਬ ਦਿੱਤਾ ਕਿ ਜਦੋਂ ਉਹ ਆਪਣੇ ਨਾਨਕੇ ਘਰ, ਮੈਟਰਨਲ ਮਤਲਬ ਮਦਰ ਦੀ ਸਾਈਡ ਤੋਂ, ਨਾਨਕੇ ਘਰ ਤੋਂ ਵਾਪਸ ਆ ਰਿਹਾ ਸੀ ਤਾਂ ਉਸਨੇ ਬੱਸ ਸਟੈਂਡ ਤੇ ਇੱਕ ਬੋਰਡ ਦੇਖਿਆ ਜਿਸ ਤੇ ਲਿਖਿਆ ਸੀ ਕਿ ਜੇਕਰ ਅਸੀਂ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਸਮਝਦਾਰੀ ਨਾਲ ਨਹੀਂ ਕਰਾਂਗੇ ਤਾਂ ਉਹ ਜੁਡੀਸ਼ੀਅਸਲੀ ਦਾ ਮਤਲਬ ਸਮਝਦਾਰੀ, ਤਾਂ ਉਹ ਜਲਦੀ ਹੀ ਖਤਮ ਹੋ ਜਾਣਗੇ। The teacher said, "Yes, Gagan, this is right." ਅਧਿਆਪਕ ਨੇ ਕਿਹਾ, ਹਾਂ ਪੁੱਤਰ, ਇਹ ਸਹੀ ਗੱਲ ਹੈ। ਪੈਟਰੋਲ ਐਂਡ ਡੀਜ਼ਲ ਰਿਜ਼ਰਵਸ ਆਰ ਲਿਮਿਟਡ। ਪੈਟਰੋਲ ਤੇ ਡੀਜ਼ਲ ਦੇ ਭੰਡਾਰ ਸੀਮਿਤ ਹਨ। Really, they would finish one day. ਸੱਚਮੁੱਚ ਇੱਕ ਦਿਨ ਖਤਮ ਹੋ ਜਾਣਗੇ। But if we use them wisely, we will definitely be able to use them for long. ਪਰ ਜੇਕਰ ਅਸੀਂ ਇਹਨਾਂ ਨੂੰ ਸਮਝਦਾਰੀ ਨਾਲ ਵਰਤਾਂਗੇ ਤਾਂ ਅਸੀਂ ਯਕੀਨਨ ਤੌਰ ਤੇ ਲੰਬੇ ਸਮੇਂ ਤੱਕ ਇਹਨਾਂ ਨੂੰ ਵਰਤਣ ਦੇ ਯੋਗ ਹੋ ਜਾਵਾਂਗੇ। Gagan asked, "My maternal grandparents live in Pathankot. It is quite far from here. Sir, how would I reach them without the bus?" ਤੇ ਗਗਨ ਨੇ ਪੁੱਛਿਆ ਵੀ ਮੇਰੇ ਨਾਨਕੇ ਤਾਂ ਪਠਾਨਕੋਟ ਰਹਿੰਦੇ ਨੇ ਜੋ ਇੱਥੋਂ ਬਹੁਤ ਦੂਰ ਹੈ, पर मैं बस तो बिना उत्थे तक किवे पहुंचूंगा? As soon as Gagan stopped asking, Prabjot said, "Sir, my father daily goes to city for work. How will he go there?" ਤੇ ਜਿਵੇਂ ਹੀ ਗਗਨ ਨੇ ਪੁੱਛਣਾ ਬੰਦ ਕੀਤਾ, ਪ੍ਰਭਜੋਤ ਨੇ ਕਿਹਾ ਵੀ ਮੇਰੇ ਪਿਤਾ ਜੀ ਵੀ ਰੋਜ਼ ਕੰਮ ਕਰਨ ਦੇ ਲਈ ਸ਼ਹਿਰ ਜਾਂਦੇ ਨੇ। ਜੇ ਬੱਸਾਂ ਨਹੀਂ ਹੋਣਗੀਆਂ ਤਾਂ ਉਹ ਕਿਵੇਂ ਜਾਣਗੇ ਕੰਮ ਕਰਨ? Gagan lives in Mohali and his maternal grandparents are in Pathankot. He goes by bus to meet them. Gagan ਤਾਂ ਮੋਹਾਲੀ ਰਹਿੰਦਾ ਪਰ ਉਸਦੇ ਨਾਨਕੇ ਪਠਾਨਕੋਟ ਰਹਿੰਦੇ ਨੇ ਤੇ ਉਹ ਉਹਨਾਂ ਨੂੰ ਮਿਲਣ ਦੇ ਲਈ ਬੱਸ ਰਾਹੀਂ ਜਾਂਦਾ ਹੈ। ਅੱਗੇ ਪਹਿਲਾਂ ਇਹ ਕੁਐਸਚਨ ਕਰ ਲੈਂਦੇ ਆ। Does any of your relative live far away? ਕੀ ਤੁਹਾਡੇ ਕੋਈ ਰਿਸ਼ਤੇਦਾਰ ਵੀ ਦੂਰ ਰਹਿੰਦੇ ਨੇ? If yes, then write which means of transport do you use to go to meet them. ਜੇਕਰ ਹਾਂ ਤਾਂ ਲਿਖੋ ਕਿ ਕਿਹੜਾ ਯਾਤਨ ਤੁਸੀਂ ਇਸਤੇਮਾਲ ਕਰਦੇ ਹੋ ਉਹਨਾਂ ਨੂੰ ਮਿਲਣ ਜਾਣ ਦੇ ਲਈ। ਆਵਾਜਾਈ ਦੇ ਕਿਹੜੇ ਸਾਧਨ ਇਸਤੇਮਾਲ ਕਰਦੇ ਹੋ? If you travel by more various means of transport, you can write the name of all. ਜੇਕਰ ਤੁਸੀਂ ਇੱਕ ਤੋਂ ਵੱਧ ਆਵਾਜਾਈ ਦੇ ਸਾਧਨ ਇਸਤੇਮਾਲ ਕਰਦੇ ਹੋ ਤਾਂ ਉਹ ਵੱਖੋ ਵੱਖ ਸਾਧਨਾਂ ਦੇ ਤੁਸੀਂ ਨਾਮ ਲਿਖ ਸਕਦੇ ਹੋ। ਆ ਦੇਖੋ ਇੱਥੇ ਲਿਖਿਆ ਨੇਮ ਆਫ ਵਿਲੇਜ ਔਰ ਟਾਊਨ ਵੇਅਰ ਯੂ ਲਿਵ। ਪਿੰਡ ਜਾਂ ਉਸ ਥਾਂ ਦਾ ਨਾਂ ਜਿੱਥੇ ਤੁਸੀਂ ਰਹਿੰਦੇ ਹੋ। ਨੇਮ ਆਫ ਵਿਲੇਜ ਔਰ ਟਾਊਨ ਵੇਅਰ ਯੂ ਗੋ ਟੂ ਮੀਟ them। ਉਸ ਪਿੰਡ ਜਾਂ ਥਾਂ ਦਾ ਨਾਂ ਜਿੱਥੇ ਤੁਸੀਂ ਉਹਨਾਂ ਨੂੰ ਮਿਲਣ ਜਾਂਦੇ ਹੋ। ਮੋਡ ਆਫ ਟਰਾਂਸਪੋਰਟ ਆਵਾਜਾਈ ਦੇ ਸਾਧਨ ਕਿਹੜਾ ਇਸਤੇਮਾਲ ਕਰਦੇ ਹੋ। ਹੁਣ ਜਿਵੇਂ ਇੱਥੇ ਮੰਨ ਲਓ ਕੋਈ ਬੱਚਾ ਲਿਖਦਾ ਹੈ ਮੋਹਾਲੀ, ਮੈਂ ਮੋਹਾਲੀ ਰਹਿੰਦਾ, ਮੈਂ ਪਠਾਨਕੋਟ ਮਿਲਣ ਜਾਂਦਾ ਕਿਵੇਂ? ਬੱਸ ਤੇ ਮੈਂ ਅੱਗੇ ਲਿਖਤਾ ਮੋਹਾਲੀ ਤੋਂ ਪਟਿਆਲਾ ਜਾਣਾ ਹੈ ਬੱਸ, ਤੁਸੀਂ ਕਾਰ ਵੀ ਲਿਖ ਸਕਦੇ ਹੋ। ਜਲੰਧਰ ਤੋਂ ਮੈਂ ਦਿੱਲੀ ਜਾਣਾ ਹੈ ਬੱਸ, ਟ੍ਰੇਨ ਜਾਂ ਕਾਰ। ਦਿੱਲੀ ਤੋਂ ਮੁੰਬਈ ਟ੍ਰੇਨ ਜਾਂ ਫਿਰ ਐਰੋਪਲੇਨ ਰਾਹੀਂ ਹਵਾਈ ਜਹਾਜ਼। ਅੰਮ੍ਰਿਤਸਰ ਤੋਂ ਲੁਧਿਆਣਾ ਕਾਰ ਜਾਂ ਬੱਸ। ਠੀਕ ਹੈ ਬੱਚੋ, ਵੱਖ-ਵੱਖ ਥਾਵਾਂ ਦੇ ਨਾਂ ਲਿਖੇ ਤਾਂ ਕਿ ਤੁਹਾਨੂੰ ਯਾਦ ਰਹੇ। Teacher said, "Children, not only petrol and diesel, but there are some other resources also which would be depleted, like coal, cooking gas, etc."
ਅਧਿਆਪਕ ਨੇ ਦੱਸਿਆ ਕਿ ਬੱਚਿਓ ਸਿਰਫ ਪੈਟਰੋਲ ਤੇ ਡੀਜ਼ਲ ਹੀ ਨਹੀਂ, ਕੁਝ ਹੋਰ ਸਾਧਨ ਵੀ ਹਨ ਜੋ ਜਿਵੇਂ ਕਿ ਕੋਲ, ਕੁਕਿੰਗ ਗੈਸ ਜੋ ਮੁੱਕਣ ਵਾਲੇ ਨੇ। ਅੱਗੇ ਵੀ ਸਾਨੂੰ ਕੰਮ ਦਿੱਤਾ ਹੈ, ਹੈਵ ਯੂ ਐਵਰ ਸੀਨ ਐਨੀ ਐਡਵਰਟਾਈਜ਼ਮੈਂਟ which shows any kind of warning with some pictures on it? ਕਿ ਤੁਸੀਂ ਕਦੇ ਕੋਈ ਇਸ਼ਤਿਹਾਰ ਦੇਖਿਆ ਜਿਸ ਵਿੱਚ ਕੁਝ ਤਸਵੀਰ ਬਣਾਈ ਹੋਏ ਤੇ ਚੇਤਾਵਨੀ ਦਿੱਤੀ ਹੋਏ? What kind of pictures did it show? ਇਸ ਵਿੱਚ ਕਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖੀਆਂ? Let's write and draw some pictures. ਆਓ ਉਹਦੇ ਬਾਰੇ ਲਿਖੀਏ ਤੇ ਕੁਝ ਤਸਵੀਰਾਂ ਬਣਾਈਏ। ਤੇ ਮੈਂ ਇੱਥੇ ਲਿਖਿਆ ਹੈ, I saw an advertisement that said your hands can be dangerous, so it's important to wash them. ਮੈਂ ਇੱਕ ਇਸ਼ਤਿਹਾਰ ਦੇਖਿਆ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਡੇ ਹੱਥ ਖਤਰਨਾਕ ਜਾਂ ਉਹਨਾਂ ਵਿੱਚ ਛੋਟੇ-ਛੋਟੇ ਬਿਮਾਰੀਆਂ ਹੋ ਸਕਦੀਆਂ ਨੇ ਤੇ ਸਾਨੂੰ ਇਸ ਲਈ ਉਹਨਾਂ ਨੂੰ ਧੋਣਾ ਬਹੁਤ ਜ਼ਰੂਰੀ ਹੈ। If we wash and sanitize our hands, it stops the spread of infection. ਜੇਕਰ ਅਸੀਂ ਆਪਣੇ ਹੱਥਾਂ ਨੂੰ ਧੋ ਲਈਏ ਤਾਂ ਫਿਰ ਅਸੀਂ ਰੋਗ ਮੁਕਤ ਹੋ ਜਾਵਾਂਗੇ ਤੇ ਇਹ ਇਨਫੈਕਸ਼ਨ ਫੈਲਣ ਤੋਂ ਵੀ ਰੋਕਦਾ ਹੈ। ਤੇ ਇਹ ਮੈਂ ਤਸਵੀਰ ਬਣਾਈ ਹੈ ਕਿ ਕੋਈ ਇਨਸਾਨ ਹੱਥ ਧੋ ਰਿਹਾ ਟੂਟੀ ਦੇ ਪਾਣੀ ਤੋਂ। ਦੇਖੋ ਕਿੰਨਾ ਸੌਖਾ ਹੈ ਤੇ ਇੱਥੇ ਸਾਬਣ ਪਿਆ ਸੋਪ। ਠੀਕ ਹੈ ਬੱਚਿਓ, ਤੇ ਤੁਸੀਂ ਵੀ ਧਿਆਨ ਰੱਖਣਾ ਹੈ ਕਿ ਹੱਥ ਜ਼ਰੂਰ ਧੋਣੇ ਨੇ। For teacher, ਅਧਿਆਪਕ ਲਈ Electricity Department of Government of India organizes various painting and drawing competitions to conserve and save energy sources. એનર્ਜੀ ਨੂੰ ਬਚਾਉਣ ਦੇ ਲਈ ਸਰਕਾਰ ਦਾ ਬਿਜਲੀ ਵਿਭਾਗ ਕਈ ਤਰ੍ਹਾਂ ਦੇ ਆਯੋਜਨ ਕਰਦਾ ਹੈ, ਕਾਰਜਕ੍ਰਮ ਕਰਦਾ ਹੈ ਊਰਜਾ ਨੂੰ ਬਚਾਉਣ ਦੇ ਲਈ। ਠੀਕ ਹੈ, ਤੇ ਇੱਥੇ એનર્ਜੀ ਦੇ ਸਪੈਲਿੰਗ ਇਹ ਹੋਣਗੇ ENERGY। In these events, children are made aware of consuming natural resources sensibly. ਤੇ ਇਹਨਾਂ ਕਾਰਜਕ੍ਰਮਾਂ ਦੇ ਵਿੱਚ ਬੱਚਿਆਂ ਨੂੰ ਕੁਦਰਤੀ ਨੈਚੁਰਲ ਰਿਸੋਰਸਿਸ ਜਿਹੜੇ ਕੁਦਰਤ ਦੇ ਵਿੱਚ ਰਿਸੋਰਸਿਸ ਹੈਗੇ ਨੇ ਉਹਨਾਂ ਨੂੰ ਇਸਤੇਮਾਲ ਸਹੀ ਢੰਗ ਦੇ ਨਾਲ ਕਰਨ ਦੇ ਲਈ ਜਾਗਰੂਕ ਕੀਤਾ ਜਾਂਦਾ ਹੈ। ਠੀਕ ਹੈ ਬੱਚਿਓ, ਆ ਦੇਖੋ ਪੇਂਟਿੰਗ ਕੰਪੀਟੀਸ਼ਨ, ਪੇਂਟਿੰਗ ਦਾ ਮੁਕਾਬਲਾ, ਤਸਵੀਰ ਦੇ ਵਿੱਚ ਸਭ ਦੱਸਿਆ ਹੋਇਆ ਕਦ ਹੈਗਾ, ਕਿਹੜੇ ਕਿਹੜੇ ਬੱਚੇ ਹਿੱਸਾ ਲੈ ਸਕਦੇ ਨੇ, ਕੀ ਇਨਾਮ ਹੈਗਾ। Millions of years ago, animals and trees got buried under the earth. ਲੱਖਾਂ ਸਾਲ ਪਹਿਲਾਂ ਕਈ ਜੀਵ ਜੰਤੂ ਰੁੱਖ ਧਰਤੀ ਦੇ ਹੇਠਾਂ ਦਬ ਗਏ। With the passage of time, these were covered with the layer of soil, rocks and stones. ਤੇ ਸਮੇਂ ਦੇ ਨਾਲ ਨਾਲ ਇਹਨਾਂ ਉੱਤੇ ਇੱਕ ਪਰਤ ਜੀ ਬੈਠ ਗਈ। ਉਹ ਕਿਸ ਕਿਸ ਚੀਜ਼ ਦੀ ਸੀ? ਸੋਇਲ, ਮਿੱਟੀ ਦੀ, ਪੱਥਰਾਂ ਦੀ ਤੇ ਵੱਡੇ ਵੱਡੇ ਪੱਥਰਾਂ ਦੀ। ਠੀਕ ਹੈ, ਆਪਾਂ ਉਹ ਵੀ ਲਿਖ ਸਕਦੇ ਹਾਂ ਚੱਟਾਨਾਂ ਦੀ। Due to excessive heat of earth and lack of air, those trees and animals got transformed gradually into oil, gas and coal. ਤੇ ਕਿਉਂਕਿ ਉਹ ਢੱਕ ਗਏ ਸੀ, ਧਰਤੀ ਦੇ ਹੇਠਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਹਵਾ ਦੀ ਘਾਟ ਕਾਰਨ ਉਹ ਰੁੱਖ ਤੇ ਜਾਨਵਰ ਹੌਲੀ ਹੌਲੀ ਤੇਲ, ਗੈਸ ਤੇ ਕੋਲੇ ਦੇ ਵਿੱਚ ਬਦਲ ਗਏ। Petrol, diesel, LPG, kerosene oil and coal are some of the natural resources that were formed gradually in millions of years. ਪੈਟਰੋਲ, ਡੀਜ਼ਲ ਹੋ ਗਿਆ, LPG ਦਾ ਸਿਲੰਡਰ ਜਿਹੜਾ ਆਪਾਂ ਇਸਤੇਮਾਲ ਕਰਦੇ ਹਾਂ, ਮਿੱਟੀ ਦਾ ਤੇਲ, ਕੋਲਾ, ਕੁਝ ਅਜਿਹੇ ਕੁਦਰਤੀ ਸਰੋਤ ਹਨ ਜੋ ਲੱਖਾਂ ਸਾਲ ਲੈ ਗਏ ਆਪਣੇ ਹੋਂਦ ਵਿੱਚ ਆਉਣ ਦੇ ਲਈ। ਉਹਨਾਂ ਨੂੰ ਬਣਾਉਣ ਦੇ ਲਈ ਹੌਲੀ ਹੌਲੀ ਕੁਦਰਤ ਨੇ ਆਪਣਾ ਕੰਮ ਕੀਤਾ। It takes a long time to form them. ਤੇ ਉਹਨਾਂ ਨੂੰ ਬਣਨ ਦੇ ਵਿੱਚ ਬਹੁਤ ਲੰਬਾ ਸਮਾਂ ਲੱਗਦਾ ਹੈ। The speed at which they are being depleted is greater than they are being formed. ਤੇ ਜਿਸ ਰਫ਼ਤਾਰ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹ ਜ਼ਿਆਦਾ ਹੈ ਉਸ ਨਾਲੋਂ ਜੋ ਉਹਨਾਂ ਨੂੰ ਬਣਨ ਦੇ ਵਿੱਚ ਸਮਾਂ ਲੱਗਦਾ ਹੈ। ਠੀਕ ਹੈ ਬੱਚਿਓ, ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਅੱਗੇ ਦਿੱਤੀ ਹੋਈ ਹੈ ਐਕਟੀਵਿਟੀ 1। Some pictures are given below. ਕੁਝ ਤਸਵੀਰਾਂ ਦਿੱਤੀਆਂ ਹੋਈਆਂ। Write something about them. ਤੇ ਉਹਨਾਂ ਬਾਰੇ ਤੁਸੀਂ ਕੁਝ ਜਾਣਕਾਰੀ ਦੇਣੀ ਹੈ। In front of them. ਉਹਨਾਂ ਦੇ ਸਾਹਮਣੇ ਹੀ ਲਿਖਣਾ। ਤਸਵੀਰਾਂ ਤਾਂ ਨਹੀਂ ਹੈਗੀਆਂ ਨੇ ਇੱਥੇ, ਸਾਨੂੰ ਉਹ ਦਿੱਤੇ ਹੋਏ ਨੇ ਨਾਮ। You can take the help of your teacher, parents or elder family members. ਤੇ ਇਸ ਗਤੀਵਿਧੀ ਲਈ ਤੁਸੀਂ ਆਪਣੇ ਅਧਿਆਪਕ, ਮਾਤਾ ਪਿਤਾ ਜਾਂ ਬਜ਼ੁਰਗਾਂ ਦਾ ਇਸਤੇਮਾਲ
कर सकते हो, उन्हां दी मदद ले सकते हो। ਇੱਥੇ है मीनस ऑफ ट्रांसपोर्ट, आवाजाई ਦੇ ਸਾਧਨ, ਸਕੂਟਰ, ਟਰੱਕ, ਟ੍ਰੇਨ, ਐਰੋਪਲੇਨ। ਇਟ ਵਰਕਸ ਔਨ ਪੈਟਰੋਲ ਔਰ ਡੀਜ਼ਲ, ਇਹ ਪੈਟਰੋਲ ਜਾਂ ਡੀਜ਼ਲ ਕਿਸ ਤੇ ਚੱਲਦੇ ਨੇ। डिस्टेंस कवर्ड विद 1 लीटर ऑफ पेट्रोल और डीजल, ते 1 लीटर पेट्रोल या डीजल दे नाल यह किन्ना चल जाते हैं। स्कूटर पेट्रोल ते चलता है 35 किलोमीटर चल जाता है 1 लीटर पेट्रोल ते। ट्रक डीजल ते 4 किलोमीटर, ट्रेन डीजल ते या कोयले ते 3 किलोमीटर, एरोप्लेन पेट्रोल ते चलता है तो कवर करता है 50 किलोमीटर। ਇੱਥੇ ਵੀ ਕੰਮ ਦਿੱਤਾ ਹੋਇਆ ਐਕਟੀਵਿਟੀ 2, ਪ੍ਰਾਈਸ ਆਫ ਆਇਲ ਐਂਡ ਗੈਸ ਡੂ ਨਾਟ ਰਿਮੇਨ ਸੇਮ ਐਟ ਆਲ ਦ ਪਲੇਸਿਸ, ਤੇਲ ਤੇ ਗੈਸ ਦੀਆਂ ਕੀਮਤਾਂ ਸਾਰੀਆਂ ਥਾਵਾਂ ਤੇ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਇਨਕੁਆਇਰ ਅਬਾਊਟ ਦ ਕਰੰਟ ਪ੍ਰਾਈਸ ਆਫ ਆਇਲ ਐਂਡ ਗੈਸ ਇਨ ਯੋਰ ਏਰੀਆ, ਤੇ ਤੁਸੀਂ ਆਪਣੇ ਖੇਤਰ ਦੇ ਵਿੱਚ ਤੇਲ ਤੇ ਗੈਸ ਦੀ ਮੌਜੂਦਾ ਕੀਮਤ ਬਾਰੇ ਪੁੱਛੋ। ਮੈਂਸ਼ਨ ਦ ਕਰੰਟ ਪ੍ਰਾਈਸਿਸ ਆਫ ਆਇਲ ਐਂਡ ਗੈਸ ਇਨ ਦ ਗਿਵਨ ਸਪੇਸ, ਤੇ ਇੱਥੇ ਜਿਹੜੀ ਸਪੇਸ ਦਿੱਤੀ ਹੋਈ ਹੈ ਉਸ ਦੇ ਵਿੱਚ ਤੇਲ ਤੇ ਗੈਸ ਦੀਆਂ ਮੌਜੂਦਾ ਕੀਮਤਾਂ ਬਾਰੇ ਲਿਖੋ, ਜ਼ਿਕਰ ਕਰੋ। ਮੈਂ ਤਾਂ ਇੱਥੇ ਜਾਣਕਾਰੀ ਇਕੱਠੀ ਕਰਕੇ ਲਿਖਤਾ। ਪੈਟਰੋਲ ਉਹਦੀ ਕੀਮਤ ਹੈ 80 ਰੁਪਏ ਪਰ ਲੀਟਰ, ਡੀਜ਼ਲ 84 ਰੁਪਏ ਪਰ ਲੀਟਰ, ਕੈਰੋਸਿਨ ਆਇਲ 68 ਰੁਪਏ ਪਰ ਲੀਟਰ, ਐਲਪੀਜੀ ਇੱਕ ਸਿਲੰਡਰ ਮਿਲਦਾ ਹੈ ਬੱਚਿਓ ₹909 ਦਾ, ਜਿਹਦੇ ਵਿੱਚ 14.2 kg ਹੁੰਦਾ ਹੈ। ਉਹ ਸਿਲੰਡਰ 909 ਰੁਪਏ ਦਾ ਸਾਨੂੰ ਮਿਲਦਾ ਹੈ। ਠੀਕ ਹੈ, ਤਾਂ ਤੁਸੀਂ ਕਹਿ ਸਕਦੇ ਹੋ ਸਿਲੰਡਰ ਦੀ ਜਿਹੜੀ ਰਕਮ ਹੈ ਉਹ ਹੈ 909 ਰੁਪਏ। ਤੇ ਇੱਥੇ ਧਿਆਨ ਦਿਓ ਬੱਚਿਓ, ਸਿਲੰਡਰ ਦੇ ਸਪੈਲਿੰਗ ਗਲਤ ਦਿੱਤੇ ਹੋਏ ਨੇ, ਇੱਥੇ ਮੈਂ ਸਹੀ ਸਪੈਲਿੰਗ ਲਿਖਤੇ ਨੇ ਤੁਹਾਡੇ ਲਈ। ਅੱਗੇ ਹੈ ਐਕਟੀਵਿਟੀ 3, ਇੱਥੇ ਵੀ ਐਕਟੀਵਿਟੀ ਦੇ ਸਪੈਲਿੰਗ ਗਲਤ ਦਿੱਤੇ ਹੋਏ ਨੇ ਤੇ ਮੈਂ ਠੀਕ ਲਿਖਤੇ ਨੇ, ACTIVITY। ਕਿਹਾ ਗਿਆ ਨੋਟ ਡਾਊਨ ਦੀ ਐਕਸਪੈਂਸਸ ਆਫ ਯੋਰ ਫੈਮਿਲੀ ਔਨ ਆਇਲ ਐਂਡ ਗੈਸ ਐਂਡ ਰਾਈਟ ਇਟ ਇਨ ਦ ਸਪੇਸਿਸ ਗਿਵਨ ਬਿਲੋ। ਤੇਲ ਤੇ ਗੈਸ ਤੇ ਤੁਹਾਡੇ ਪਰਿਵਾਰ ਤੇ ਕਿੰਨਾ ਖਰਚਾ ਹੁੰਦਾ ਹੈ ਉਹ ਜਾਣਕਾਰੀ ਇਕੱਠੀ ਕਰੋ ਤੇ ਇੱਥੇ ਖਾਲੀ ਥਾਵਾਂ ਤੇ ਲਿਖੋ। ਜਿਵੇਂ ਕਿ ਪੈਟਰੋਲ ਤੇ ਹੁੰਦਾ ਹੈ, ਮੇਰੀ ਫੈਮਿਲੀ ਦੇ ਵਿੱਚ ₹2000 ਪਰ ਮੰਥ ਖਰਚ ਹੁੰਦੇ ਨੇ। ਡੀਜ਼ਲ ਤੇ 1500 ਰੁਪਏ ਪਰ ਮੰਥ, ਕੈਰੋਸਿਨ ਤੇ 1000 ਰੁਪਇਆ ਪਰ ਮੰਥ, एलपीजी का एक सिलेंडर 909 रुपए का आंदा है पर मंथ, कोल 1000 रुपए एंड वुड 700 rupees per month। We know that petrol or gas are consumed in means of transport। ਤੇ ਅਸੀਂ ਜਾਣਦੇ ਹਾਂ ਕਿ ਪੈਟਰੋਲ ਤੇ ਗੈਸ ਦੀ ਜਿਹੜੀ ਵਰਤੋਂ ਹੁੰਦੀ ਹੈ ਉਹ ਆਵਾਜਾਈ ਦੇ ਸਾਧਨਾਂ ਦੇ ਵਿੱਚ ਕੀਤੀ ਜਾਂਦੀ ਹੈ। LPG, kerosene oil, wood and coal are used in cooking। LPG ਮਿੱਟੀ ਦਾ ਤੇਲ, ਲੱਕੜ ਤੇ ਕੋਲਾ, ਇਹ ਆਪਾਂ ਖਾਣ ਪਕਾਉਣ ਦੇ ਵਿੱਚ ਵਰਤੋਂ ਕਰਦੇ ਹਾਂ ਕੁਕਿੰਗ ਦੇ ਲਈ। ਬਰਨਿੰਗ ਆਫ ਕੋਲ ਯੀਲਡਸ ਇਲੈਕਟ੍ਰਿਸਿਟੀ, ਕੋਲੇ ਨੂੰ ਸਾੜ ਕੇ ਅਸੀਂ ਬਿਜਲੀ ਵੀ ਪੈਦਾ ਕਰਦੇ ਹਾਂ। Similarly, wood is used to make furniture for buildings and as fuel। ਇਸੇ ਤਰ੍ਹਾਂ ਲੱਕੜ ਦੀ ਵਰਤੋਂ ਆਪਾਂ ਇਮਾਰਤਾਂ ਬਣਾਉਣ ਦੇ ਲਈ ਕਰਦੇ ਹਾਂ ਤੇ ਨਾਲ ਦੀ ਨਾਲ ਬਾਲਣ ਵਜੋਂ ਵੀ ਕੀਤੀ ਜਾਂਦੀ ਹੈ। Overuse of these resources and ignorance not only puts burden on our financial resources but also pollutes our surroundings with poisonous gases। ਇਹਨਾਂ ਸਾਧਨਾਂ ਦੀ ਜ਼ਿਆਦਾ ਵਰਤੋਂ ਤੇ ਅਗਿਆਨਤਾ ਨਾ ਸਿਰਫ ਸਾਡੀ ਸਥਿਤੀ ਨੂੰ ਖਰਾਬ ਕਰਦੀ ਹੈ, ਸਾਡੇ ਤੇ ਬੋਝ ਬਣਦੀ ਹੈ, ਸਗੋਂ ਸਾਡਾ ਆਲਾ ਦੁਆਲਾ ਵੀ ਦੂਸ਼ਿਤ ਕਰਦੀ ਹੈ ਕਿਉਂਕਿ ਇਹਦੇ ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ। By using some other methods we can save not only money but also our environment। ਤੇ ਕਿਸੇ ਹੋਰ ਸਾਧਨ ਤੇ ਨਿਰਭਰ ਕਰਕੇ, ਕਿਸੇ ਹੋਰ ਸਾਧਨ ਦੀ ਵਰਤੋਂ ਕਰਕੇ ਨਾ ਕੇਵਲ ਆਪਾਂ ਪੈਸਾ ਬਚਾ ਸਕਦੇ ਹਾਂ ਸਗੋਂ ਵਾਤਾਵਰਣ ਵੀ ਸੁਰੱਖਿਅਤ ਰੱਖ ਸਕਦੇ ਹਾਂ। Here are some examples, ਇੱਥੇ ਕੁਝ ਉਦਾਹਰਨ ਦਿੱਤੇ ਹੋਏ ਨੇ। We see that some people keep talking or doing something keeping the vehicles on, like scooter, motorcycle, car, tractor, etc। ਅਸੀਂ ਦੇਖਦੇ ਹਾਂ ਕਿ ਕੁਝ ਲੋਕ ਵਾਹਨਾਂ ਜਿਵੇਂ ਕਿ ਸਕੂਟਰ, ਮੋਟਰਸਾਈਕਲ, ਕਾਰ, ਟਰੈਕਟਰ ਆਦਿ ਉਹ ਚਾਲੂ ਰੱਖਦੇ ਹੋਏ ਹੀ ਕੁਝ ਗੱਲਾਂ ਕਰਨ ਲੱਗ ਜਾਂਦੇ ਨੇ।
There are traffic signals in cities. ਤੇ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਸਿਗਨਲ ਹੁੰਦੇ ਨੇ, ਬੱਤੀਆਂ ਲੱਗੀਆਂ ਹੁੰਦੀਆਂ ਨੇ. We should turn the engine off when we stop for long at red lights. ਤੇ ਸਾਨੂੰ ਇੰਜਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਲਾਲ ਬੱਤੀ ਜ਼ਿਆਦਾ ਦੇਰ ਦੀ ਹੈਗੀ ਹੈ. ਇਹਦੇ ਨਾਲ ਖਪਤ ਘੱਟ ਹੋ ਜਾਏਗੀ. Get the vehicle serviced at the appropriate time to decrease the fuel consumption. ਤੇ ਇੰਜਨ ਦੀ ਖਪਤ ਘਟਾਉਣ ਦੇ ਲਈ ਵਾਹਨ ਦੀ ਸਮੇਂ ਸਿਰ ਸਾਨੂੰ ਸਰਵਿਸ ਕਰਾ ਲੈਣੀ ਚਾਹੀਦੀ ਹੈ. If possible, do not use your vehicle while going to a nearby place. ਜੇਕਰ ਸੰਭਵ ਹੋਵੇ ਤਾਂ ਨੇੜਲੇ ਸਥਾਨ ਤੇ ਜਾਣ ਦੇ ਲਈ ਤੁਸੀਂ ਆਪਣਾ ਵਾਹਨ ਨਾ ਇਸਤੇਮਾਲ ਕਰੋ. ਪੈਦਲ ਚੱਲ ਜਾਓ, ਸਾਈਕਲ ਦਾ ਇਸਤੇਮਾਲ ਕਰ ਲਓ. If possible, use public transport instead of private vehicles. ਤੇ ਜੇਕਰ ਸੰਭਵ ਹੋਏ ਤਾਂ ਆਪਣਾ ਕੱਲੇ ਦਾ ਵਾਹਨ ਨਾ ਲੈ ਜਾ ਕੇ ਪਬਲਿਕ ਦੇ ਲਈ ਜਿਵੇਂ ਬੱਸਾਂ ਬਣੀਆਂ ਹੋਈਆਂ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ. ਠੀਕ ਹੈ ਬੱਚਿਓ. ਅੱਗੇ ਹੈ ਸੈਕਿੰਡ ਕੁਐਸਚਨ. ਹਾਊ ਵਿਲ ਯੂ ਸੇਵ ਐਲਪੀਜੀ, ਵੁੱਡ ਐਂਡ ਕੈਰੋਸਿਨ? ਤੁਸੀਂ ਐਲਪੀਜੀ, ਲੱਕੜ ਤੇ ਮਿੱਟੀ ਦੇ ਤੇਲ ਨੂੰ ਕਿਵੇਂ ਬਚਾਓਗੇ? ਮੈਂ ਇੱਥੇ ਆਨਸਰ ਲਿਖਿਆ. ਐਲਪੀਜੀ, ਵੁੱਡ ਐਂਡ ਕੈਰੋਸਿਨ ਆਇਲ ਆਰ ਯੂਜੂਅਲੀ ਯੂਜ਼ਡ ਐਜ਼ ਫਿਊਲ ਇਨ ਕਿਚਨ. ਐਲਪੀਜੀ ਹੋ ਗਿਆ, ਲੱਕੜ ਹੋ ਗਈ, ਮਿੱਟੀ ਦਾ ਤੇਲ ਆਮ ਤੌਰ ਤੇ ਬਾਲਣ ਵਜੋਂ ਵਰਤੇ ਜਾਂਦੇ ਨੇ ਰਸੋਈ ਦੇ ਵਿੱਚ. We can use alternative sources as fuels, example solar energy or biogas. ਤੇ ਅਸੀਂ ਇਹਨਾਂ ਦੇ ਬਦਲੇ ਹੋਰ ਇਸਤੇਮਾਲ ਕਰ ਸਕਦੇ ਹਾਂ ਚੀਜ਼ਾਂ ਜਿਵੇਂ ਕਿ ਸੂਰਜ ਦੀ ਊਰਜਾ, ਬਾਇਓਗੈਸ ਹੋ ਗਈ. Use of renewable sources of energy can help save non-renewable sources. ਤੇ ਸਾਨੂੰ renewable ਦਾ ਮਤਲਬ ਜਿਹੜੀ ਵਾਪਸ ਆ ਜਾਏ, ਜਿਵੇਂ ਸੂਰਜ ਦੀ એનર્ਜੀ. ਠੀਕ ਹੈ, ਇਹ ਵਾਪਸ ਆ ਸਕਦੀ ਹੈ. ਪਰ ਜੇ ਸਾਡੇ ਕੋਲ ਐਲਪੀਜੀ, ਕੋਲ ਮੁੱਕ ਗਿਆ ਹੈ ਤਾਂ ਵਾਪਸ ਨਹੀਂ ਨਾ ਆਏਗਾ. ਉਹਨੂੰ ਨਾਨ ਰੀਨਿਊਏਬਲ ਕਹੀਦਾ. ਇਸ ਲਈ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਵੀ ਸਾਨੂੰ ਰੀਨਿਊਏਬਲ એનર્ਜੀ ਤੇ ਨਿਰਭਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਨਾਨ ਰੀਨਿਊਏਬਲ ਸੋਰਸਸ ਨੂੰ ਬਚਾ ਸਕੀਏ ਜਿਵੇਂ ਕੋਲ ਤੇ ਪੈਟਰੋਲ ਹੋ ਗਿਆ. We can also use thermal cooker for cooking to save LPG, kerosene or wood. ਤੇ ਅਸੀਂ ਥਰਮਲ ਕੁੱਕਰ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਕੀ ਬਚਾਉਣ ਦੇ ਲਈ. ਉੱਪਰ ਜੋ ਜੋ ਚੀਜ਼ਾਂ ਸਾਨੂੰ ਦੱਸੀਆਂ ਹੋਈਆਂ. ਹੁਣ ਤੁਸੀਂ ਪੁੱਛੋਗੇ ਕਿ ਇਹ ਥਰਮਲ ਕੁੱਕਰ ਕੀ ਹੈ? ਥਰਮਲ ਕੁੱਕਰ ਬੇਟਾ ਸੂਰਜ ਦੀ ਊਰਜਾ ਨੂੰ ਕੈਦ ਕਰ ਲੈਂਦਾ ਹੈ ਤੇ ਉਹਦੇ ਨਾਲ ਹੀ ਸਬਜ਼ੀ ਜਾਂ ਫਿਰ ਚਾਵਲ ਜਾਂ ਜੋ ਵੀ ਚੀਜ਼ ਅਸੀਂ ਬਣਾਣੀ ਹੈ ਉਹ ਬਣਾਉਂਦਾ ਹੈ. ਠੀਕ ਹੈ, ਥਰਮਲ ਤੋਂ ਭਾਵ ਯਾਦ ਰੱਖਿਓ ਸੂਰਜ ਦੀ ਊਰਜਾ ਇਸਤੇਮਾਲ ਕਰਦਾ ਹੈ, ਸੂਰਜ ਦੀ ਗਰਮੀ. Activity 4. You have already told about your relatives staying at far off places. ਤੁਸੀਂ ਹੁਣੀ ਆਪਣੇ ਰਿਸ਼ਤੇਦਾਰਾਂ ਬਾਰੇ ਦੱਸਿਆ ਜੋ ਦੂਰ ਇਲਾਕਿਆਂ ਵਿੱਚ ਰਹਿੰਦੇ ਨੇ. When you go to visit them, you come across so many things in the surrounding. ਤੇ ਜਦ ਤੁਸੀਂ ਉਹਨਾਂ ਨੂੰ ਮਿਲਣ ਜਾਂਦੇ ਹੋ ਤੁਹਾਨੂੰ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਦਿਸਦੀਆਂ ਹੋਣਗੀਆਂ. Let's make a list of them. ਆਓ ਉਹਨਾਂ ਦੀ ਇੱਕ ਸੂਚੀ ਬਣਾਈਏ ਜਿਵੇਂ ਟਰੀਜ਼, ਸ਼ਾਪਸ, ਰੁੱਖ, ਦੁਕਾਨਾਂ. ਤੇ ਮੈਂ ਇੱਥੇ ਲਿਖਿਆ ਨੇਚਰ, ਕੁਦਰਤ ਹੋ ਗਿਆ. ਮਾਊਂਟੇਨਸ, ਪਹਾੜ, ਪੀਪਲ, ਲੋਕ ਦਿਖਦੇ ਨੇ, ਮਾਰਕੀਟਸ, ਦੁਕਾਨਾਂ, ਸਟੇਸ਼ਨ ਦਿਖਦੇ ਨੇ ਵੱਖੋ ਵੱਖ, ਰੇਲਵੇ ਸਟੇਸ਼ਨ ਹੋ ਗਿਆ, ਕ੍ਰੌਪਸ, ਫੀਲਡਸ, ਫੈਕਟਰੀਜ਼, ਹਸਪੀਟਲਸ ਐਂਡ ਸਕੂਲ ਵੀ ਦਿਖਦੇ ਨੇ. ਠੀਕ ਹੈ, ਜੇ ਤੁਹਾਨੂੰ ਹੋਰ ਕੋਈ ਚੀਜ਼ ਦਿਖੀ ਹੈ ਤੁਸੀਂ ਉਹ ਵੀ ਲਿਖ ਸਕਦੇ ਹੋ. Imagine you are going somewhere and instead of the above things in the surroundings, you see crowds everywhere. ਕਲਪਨਾ ਕਰੋ, ਮੰਨ ਲਓ ਤੁਸੀਂ ਕਿਤੇ ਜਾ ਰਹੇ ਹੋ ਤੇ ਆਲੇ ਦੁਆਲੇ ਇਹ ਚੀਜ਼ਾਂ ਦੀ ਥਾਂ ਤੁਹਾਨੂੰ ਬੱਦਲ ਹੀ ਬੱਦਲ ਦਿਖਾਈ ਦੇਣ ਹਰ ਥਾਂ. How would you feel then? ਫਿਰ ਤੁਹਾਨੂੰ ਕਿਵੇਂ ਜਿਹਾ ਮਹਿਸੂਸ ਹੋਏਗਾ? Let's know about it from ਸੁਖਦੀਪ. ਆਓ ਇਸ ਬਾਰੇ ਵੀ ਸੁਖਦੀਪ ਤੋਂ ਜਾਣਦੇ ਹਾਂ. Let's first know about ਸੁਖਦੀਪ. ਆਓ ਪਹਿਲਾਂ ਆਪਾਂ ਸੁਖਦੀਪ ਬਾਰੇ ਜਾਣ ਲਈਏ. ਸੁਖਦੀਪ is a pilot. ਸੁਖਦੀਪ ਇੱਕ ਪਾਇਲਟ ਹੈ. She was born on 13th May 1986 in her maternal village, Mor. ਤੇ ਉਸ ਦਾ ਜਨਮ 13 ਮਈ 1986 ਨੂੰ ਆਪਣੇ ਨਾਨਕੇ ਪਿੰਡ ਮੌਰ ਦੇ ਵਿੱਚ ਹੋਇਆ. According to Sukhdeep's father, Sardar Randhir Singh, she wanted to be a pilot since her childhood.
ਤੇ ਸੁਖਦੀਪ ਦੇ ਪਿਤਾ ਸਰਦਾਰ ਰਣਧੀਰ ਸਿੰਘ ਦੇ ਅਨੁਸਾਰ ਉਹ ਬਚਪਨ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। Whenever she was asked about her aim in life, she would say, I want to fly in the air. ਤੇ ਜਦੋਂ ਵੀ ਉਸਨੂੰ ਜੀਵਨ ਦੇ ਉਦੇਸ਼ ਬਾਰੇ ਪੁੱਛਿਆ ਜਾਂਦਾ ਸੀ, ਬੇਸ਼ੱਕ ਬਚਪਨ ਹੋਏ, ਉਹ ਕਹਿੰਦੀ ਸੀ ਵੀ ਮੈਂ ਹਵਾ ਵਿੱਚ ਉੱਡਣਾ ਚਾਹੁੰਦੀ ਹਾਂ। She used to wave her hand whenever any aeroplane flew over her house, as if the pilot was watching her. ਤੇ ਜਦੋਂ ਵੀ ਕੋਈ ਹਵਾਈ ਜਹਾਜ਼ ਉਸਦੇ ਘਰੋਂ ਉੱਪਰੋਂ ਉੱਡਦਾ ਸੀ, ਘਰ ਦੇ ਉੱਪਰੋਂ ਜਿਵੇਂ ਉੱਡਦੇ ਆ, ਤਾਂ ਉਹ ਆਪਣਾ ਹੱਥ ਇਸ ਤਰ੍ਹਾਂ ਹਿਲਾਉਂਦੀ ਸੀ ਜਿਵੇਂ ਪਾਇਲਟ ਉਸਨੂੰ ਹੀ ਵੇਖ ਰਿਹਾ ਹੋਏ। ਆ ਦੇਖੋ ਸੁਖਦੀਪ ਕੌਰ, she became a commercial pilot in 2009 and at that time she was the first woman pilot instructor from Punjab. 2009 ਦੇ ਵਿੱਚ ਉਹ ਕੱਲੀ ਕਮਰਸ਼ੀਅਲ ਪਾਇਲਟ ਜਿਹਨੂੰ ਪੈਸੇ ਮਿਲਦੇ ਸੀ ਉਹ ਬਣੀ ਤੇ ਉਹ ਪੰਜਾਬ ਦੀ ਪਹਿਲੀ ਮਹਿਲਾ ਪਾਇਲਟ ਟ੍ਰੇਨਿੰਗ ਦੇਣ ਦੇ ਲਈ ਵੀ ਬਣੀ ਜੋ ਇੰਸਟ੍ਰਕਟਰ ਸੀ। Sukhdeep was honored by the government and many other organizations. Sukhdeep ਨੂੰ ਸਰਕਾਰ ਤੇ ਹੋਰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। Her photographs and articles were published in many newspapers and magazines. ਤੇ ਇਸ ਦੀਆਂ ਤਸਵੀਰਾਂ ਤੇ ਲੇਖ ਕਈ ਅਖਬਾਰਾਂ ਤੇ ਰਸਾਲਿਆਂ ਵਿੱਚ ਛਪੀਆਂ। She told about her first flight which took place on September 26, 2006. This was a yellow-colored pushback. I was very happy. ਤੇ ਉਸਨੇ ਆਪਣੀ ਪਹਿਲੀ ਉਡਾਨ ਬਾਰੇ ਦੱਸਿਆ ਜੋ 26 ਸਤੰਬਰ 2006 ਨੂੰ ਹੋਈ ਸੀ। ਉਸਨੇ ਦੱਸਿਆ ਇੱਕ ਪੀਲੇ ਰੰਗ ਦਾ ਪੁਸ਼ਪਕ ਜਹਾਜ਼ ਸੀ ਤੇ ਮੈਂ ਬਹੁਤ ਖੁਸ਼ ਸੀ। At last I got an opportunity to fly a plane. ਆਖਰਕਾਰ ਮੈਨੂੰ ਜਹਾਜ਼ ਉਡਾਉਣ ਦਾ ਮੌਕਾ ਮਿਲਿਆ। I was happy as my childhood dream was fulfilled. ਮੈਂ ਖੁਸ਼ ਸੀ ਕਿਉਂਕਿ ਮੇਰੇ ਬਚਪਨ ਦਾ ਸੁਪਨਾ ਪੂਰਾ ਹੋ ਗਿਆ ਸੀ। Passing through the cottony white clouds was like a dream. ਤੇ ਉਹ ਕਹਿੰਦੀ ਹੈ ਵੀ ਕਾਟਨ ਵਰਗੇ ਵਾਈਟ ਕਲਾਉਡ ਬੱਦਲਾਂ ਦੇ ਵਿੱਚੋਂ ਲੰਘਣਾ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਸੁਪਨਾ ਲੈ ਰਹੀ ਹਾਂ। ਕਾਟਨੀ ਦਾ ਮਤਲਬ ਕਾਟਨ ਵਰਗੇ। While I looked down, I could see some matchbox-like things, and the far away earth appeared to be covered with a green sheet. ਤੇ ਜਦ ਮੈਂ ਥੱਲੇ ਦੇਖਦੀ ਸੀ ਤਾਂ ਨੀਚੇ ਛੋਟੀ-ਛੋਟੀ ਚੀਜ਼ਾਂ ਦਿਖਾਈ ਦਿੰਦੀਆਂ ਸੀ, ਬਿਲਕੁਲ ਇੰਜ ਜਿਵੇਂ ਮਾਚਿਸ ਦੇ ਡੱਬੇ ਦੇਖ ਰਹੀ ਹੋਵਾਂ। ਤੇ ਜਿਹੜੀ ਦੂਰ ਦੀ ਧਰਤੀ ਸੀ ਉਹ ਹਰੇ ਰੰਗ ਦੀ ਚਾਦਰ ਨਾਲ ਢਕੀ ਹੋਈ ਲੱਗ ਰਹੀ ਸੀ। After some time we landed on the ground. ਤੇ ਕੁਝ ਸਮੇਂ ਬਾਅਦ ਅਸੀਂ ਵਾਪਸ ਧਰਤੀ ਤੇ ਆ ਗਏ। ਲੈਂਡਿੰਗ ਹੋ ਗਈ ਸਾਡੀ। All congratulated me on completing my first flight successfully. ਤੇ ਸਾਰਿਆਂ ਨੇ ਮੇਰੀ ਪਹਿਲੀ ਉਡਾਨ ਸਫਲਤਾਪੂਰਵਕ ਹੋ ਜਾਣ ਦੀ ਮੈਨੂੰ ਵਧਾਈ ਦਿੱਤੀ। I could not hide my emotions. ਤੇ ਮੈਂ ਆਪਣੀਆਂ ਭਾਵਨਾਵਾਂ ਨੂੰ ਨਹੀਂ ਛੁਪਾ ਸਕੀ। I called up my mother and father. ਮੈਂ ਆਪਣੇ ਮਾਤਾ ਤੇ ਪਿਤਾ ਜੀ ਨੂੰ ਫੋਨ ਕੀਤਾ। They were also extremely happy. ਉਹ ਵੀ ਬਹੁਤ ਖੁਸ਼ ਸਨ। Their tremendous efforts and hard work helped me achieve my aim. ਉਹਨਾਂ ਦੇ ਜ਼ਬਰਦਸਤ ਯਤਨਾਂ ਤੇ ਸਖਤ ਮਿਹਨਤ ਨੇ ਮੈਨੂੰ ਮੇਰੇ ਡ੍ਰੀਮ ਜਾਂ ਮੈਨੂੰ ਮੇਰੀ ਸੁਪਨਾ ਪੂਰਾ ਕਰਨ ਦੇ ਵਿੱਚ ਮਦਦ ਕੀਤੀ। I remember when my father used to wake me up for the school. He would say, Get up, Sukhdeep. It's time for your flight. ਤੇ ਉਹ ਕਹਿੰਦੀ ਹੈ ਵੀ ਮੈਨੂੰ ਯਾਦ ਹੈ ਕਿ ਜਦੋਂ ਮੇਰੇ ਪਿਤਾ ਜੀ ਮੈਨੂੰ ਸਕੂਲ ਲਈ ਜਗਾਉਂਦੇ ਸਨ ਤਾਂ ਉਹ ਇਹ ਕਹਿੰਦੇ ਸੀ ਵੀ ਸੁਖਦੀਪ ਉੱਠ ਜਾ, ਉਡਾਰੀ ਦਾ ਸਮਾਂ ਹੋ ਗਿਆ ਹੈ। Today I have successfully completed my flight. ਤੇ ਅੱਜ ਮੈਂ ਆਪਣੀ ਉਡਾਰੀ ਪੂਰੀ ਕਰ ਲਈ ਹੈ ਸਫਲਤਾਪੂਰਵਕ। Yes, one thing more. After my flight, I came to know that those matchboxes were actually houses of the people, and the green sheets on earth were actually fields. ਉਹ ਕਹਿੰਦੀ ਹਾਂ, ਇੱਕ ਗੱਲ ਹੋਰ, ਮੇਰੀ ਉਡਾਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਜਿਹੜੇ ਮਾਚਿਸ ਦੇ ਡੱਬੇ ਸੀ ਉਹ ਅਸਲ ਦੇ ਵਿੱਚ ਲੋਕਾਂ ਦੇ ਘਰ ਸਨ ਛੋਟੇ-ਛੋਟੇ
ਤੇ ਧਰਤੀ ਉੱਤੇ ਜਿਹੜੀ ਮੈਂ ਹਰੀ ਚਾਦਰ ਦੀ ਗੱਲ ਕਰ ਰਹੀ ਹਾਂ ਉਹ ਤਾਂ ਅਸਲ ਦੇ ਵਿੱਚ ਖੇਤ ਸਨ। Sukhdeep's mother, Mrs. Jatinder Kaur, recalls old days. Sukhdeep was very hardworking since her childhood. ਤੇ ਸੁਖਦੀਪ ਦੀ ਜਿਹੜੇ ਮਾਤਾ ਜੀ ਹੈਗੇ ਨੇ ਜਤਿੰਦਰ ਕੌਰ, ਉਹ ਪੁਰਾਣੇ ਦਿਨ ਯਾਦ ਕਰਦੇ ਹੋਏ ਦੱਸਦੇ ਨੇ ਵੀ ਸੁਖਦੀਪ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ। She would stand first in her studies ਤੇ ਉਹ ਆਪਣੀ ਜਮਾਤ ਦੇ ਵਿੱਚ ਵੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਪਹਿਲੇ ਨੰਬਰ ਤੇ ਆਂਦੀ ਸੀ। ਸਪੋਰਟਸ ਐਂਡ ਅਦਰ ਐਕਟੀਵਿਟੀਜ਼, ਨਾ ਕੇਵਲ ਉਹ ਆਪਣੀ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਦੇ ਵਿੱਚ ਵੀ ਅਵਲ ਆਉਂਦੀ ਸੀ। She was favorite of all in the family. ਉਹ ਪਰਿਵਾਰ ਵਿੱਚ ਸਭ ਦੀ ਫੇਵਰੇਟ ਸੀ, ਮਨਪਸੰਦ ਸੀ। Family always supported her, but some people never liked her joining this profession. ਪਰਿਵਾਰ ਦੇ ਵਿੱਚ ਸਭ ਨੇ ਉਸ ਦੀ ਜਿਹੜੀ ਸੋਚ ਸੀ ਉਸ ਨੂੰ ਸਹਾਰਿਆ, ਪਸੰਦ ਕੀਤਾ, ਸਾਥ ਦਿੱਤਾ। ਪਰ ਕੁਝ ਅਜਿਹੇ ਲੋਕ ਵੀ ਸਨ ਜੋ ਉਸ ਦੀ ਇਸ ਪ੍ਰੋਫੈਸ਼ਨ ਦੇ ਵਿੱਚ ਜਾਣ ਦੀ, ਪੇਸ਼ੇ ਦੇ ਵਿੱਚ ਜਾਂ ਪੇਸ਼ੇ ਨਾਲ ਜੁੜਨ ਦੀ ਜਿਹੜੀ ਗੱਲ ਸੀ ਉਹਨੂੰ ਸੁਣ ਕੇ ਖੁਸ਼ ਨਹੀਂ ਸਨ। ਸੋ ਸਮਟਾਈਮਸ ਵੀ ਹੈਡ ਟੂ ਫੇਸ ਪ੍ਰੋਬਲਮਸ। ਇਸ ਕਰਕੇ ਸਾਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। We never discriminated between a boy and a girl. ਅਸੀਂ ਕਦੇ ਵੀ ਮੁੰਡਾ ਜਾਂ ਕੁੜੀ ਹੋਵੇ ਫਰਕ ਨਹੀਂ ਕੀਤਾ। It is a tradition to tie neem leaves on the door when a baby boy is born. But we followed this tradition on Sukhdeep's birth also. ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਨਿੰਮ ਦੇ ਪੱਤੇ ਦਰਵਾਜ਼ੇ ਤੇ ਬੰਨੇ ਜਾਂਦੇ ਨੇ, ਖਾਸ ਕਰ ਜਦ ਮੁੰਡਾ ਹੁੰਦਾ ਹੈ। ਪਰ ਉਹਦੇ ਘਰ ਦੇ ਕਹਿੰਦੇ ਜਦ ਸੁਖਦੀਪ ਦਾ ਜਨਮ ਹੋਇਆ ਅਸੀਂ ਉਹੀ ਕੰਮ ਕੀਤਾ ਜਿਵੇਂ ਮੁੰਡਾ ਜੰਮਿਆ ਹੋਏ ਸਾਡੇ ਘਰ। ਤੇ ਇੱਥੇ ਫੋਲੋਡ ਦੇ ਸਪੈਲਿੰਗ ਗਲਤ ਨੇ, ਇਹ ਹੋਣਗੇ ਫੋਲੋਡ ਦੇ ਸਪੈਲਿੰਗ FOLLOWED। If girls are given the opportunity and support, they can also touch the peaks. ਜੇਕਰ ਕੁੜੀਆਂ ਨੂੰ ਮੌਕਾ ਤੇ ਸਾਥ ਦਿੱਤਾ ਜਾਏ ਤਾਂ ਤੁਸੀਂ ਮੰਨੋਗੇ ਨਹੀਂ ਉਹਨਾਂ ਦੀ ਸੋਚ ਉਹ ਕਿੱਥੇ ਤੱਕ ਪਹੁੰਚ ਸਕਦੀਆਂ ਨੇ, ਉਹ ਸਿਖਰ ਨੂੰ ਛੂਹਣ ਦੀ ਹਿੰਮਤ ਰੱਖਦੀਆਂ ਨੇ। Think about it. ਇਸ ਬਾਰੇ ਸੋਚੋ। Sukhdeep's mother says that like boys, girls should also be given the equal opportunity to move ahead in life. What do you think about this? ਸੁਖਦੀਪ ਦੇ ਮਾਤਾ ਜੀ ਕਹਿੰਦੇ ਨੇ ਵੀ ਮੁੰਡਿਆਂ ਵਾਂਗ ਕੁੜੀਆਂ ਨੂੰ ਵੀ ਅੱਗੇ ਵਧਣ ਦੀ ਬਰਾਬਰ ਮੌਕਾ ਦੇਣਾ ਚਾਹੀਦਾ ਜ਼ਿੰਦਗੀ ਵਿੱਚ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਮੈਂ ਜੋ ਸੋਚਦੀ ਹਾਂ ਮੈਂ ਇੱਥੇ ਲਿਖਿਆ yes, girls should be given equal opportunities to grow in life. ਹਾਂਜੀ, ਕੁੜੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਦੇ ਲਈ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਨੇ। There are so many girls who made us so proud in all fields of life, may it be sports or academics. ਇੱਥੇ ਬਹੁਤ ਸਾਰੀਆਂ ਕੁੜੀਆਂ ਹਨ ਜਿਨ੍ਹਾਂ ਨੇ ਸਾਨੂੰ ਮਾਣ ਮਹਿਸੂਸ ਕਰਾਇਆ ਹਰ ਖੇਤਰ ਦੇ ਵਿੱਚ, ਬੇਸ਼ੱਕ ਖੇਡ ਹੋਣ ਜਾਂ ਪੜ੍ਹਾਈ ਲਿਖਾਈ। We should always remember that girls are in no way less than boys. ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਤੋਂ ਘੱਟ ਨਹੀਂ। ਅੱਗੇ ਹੈ ਕੁਐਸਚਨ, what do you like to become when you grow up? ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਜਾਂ ਚਾਹੋਗੇ? When I grow up, I want to be a doctor and want to serve the nation. ਮੈਂ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ ਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ। ਤੁਸੀਂ ਜੋ ਵੀ ਬਣਨਾ ਚਾਹੁੰਦੇ ਹੋ ਤੁਸੀਂ ਉਹ ਲਿਖ ਸਕਦੇ ਹੋ। ਅੱਗੇ ਹੈ during her flight at daytime the clouds appeared like cotton to Sukhdeep. ਦਿਨ ਵੇਲੇ ਉਸ ਦੀ ਉਡਾਨ ਦੌਰਾਨ ਉਸ ਨੂੰ ਜਿਹੜੇ ਬੱਦਲ ਹੈਗੇ ਉਹ ਇੰਜ ਦਿਸ ਰਹੇ ਸੀ ਜਿਵੇਂ ਕਪਾਹ ਹੋਏ, ਕਾਟਨ ਹੋਏ। Imagine what could be seen in the sky at night. ਤੇ ਕਲਪਨਾ ਕਰੋ, ਸੋਚੋ ਰਾਤ ਨੂੰ ਅਸਮਾਨ ਵਿੱਚ ਕੀ ਦਿਖਾਈ ਦੇ ਸਕਦਾ ਹੈ। You can stand on the rooftop of your house on a clear night and imagine. ਤੁਸੀਂ ਇੱਕ ਸਾਫ਼ ਰਾਤ ਨੂੰ ਆਪਣੇ ਘਰ ਦੇ ਉੱਤੇ ਛੱਤ ਤੇ ਖੜੇ ਹੋ ਸਕਦੇ ਹੋ ਤੇ ਇਸ ਬਾਰੇ ਸੋਚ ਸਕਦੇ ਹੋ ਜੋ ਜੋ ਤੁਹਾਨੂੰ ਦਿਖਾਈ ਦੇ, ਤਾਰੇ, ਮੂਨ,
There is a tradition to tie neem leaves on the doors and celebrate first Lodi after the birth of a male child. ਮੁੰਡੇ ਦਾ ਜਨਮ ਹੋਣ ਤੋਂ ਬਾਅਦ ਦਰਵਾਜ਼ਿਆਂ ਤੇ ਨਿੰਮ ਦੇ ਪੱਤੇ ਬੰਨੇ ਜਾਂਦੇ ਨੇ. Do you know the fact that nowadays many families and social organizations are celebrating ਧੀਆਂ ਦੀ ਲੋਹੜੀ, Lodi of girls? ਕੀ ਤੁਸੀਂ ਇਹ ਜਾਣਦੇ ਹੋ ਕਿ ਅੱਜਕੱਲ ਬਹੁਤ ਸਾਰੇ ਪਰਿਵਾਰ ਤੇ ਸਮਾਜਿਕ ਸੰਸਥਾਵਾਂ ਧੀਆਂ ਦੀ ਲੋਹੜੀ ਮਨਾ ਰਹੇ ਨੇ? For teacher, ਅਧਿਆਪਕ ਲਈ We celebrate Lodi festival in schools. ਅਸੀਂ ਸਕੂਲਾਂ ਵਿੱਚ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ. Why don't we all start celebrating ਧੀਆਂ ਦੀ ਲੋਹੜੀ and start with a good tradition in the society? Discuss it in the class. ਤੇ ਕਿਉਂ ਨਾ ਅਸੀਂ ਸਾਰੇ ਧੀਆਂ ਦੀ ਲੋਹੜੀ ਮਨਾਉਣਾ ਸ਼ੁਰੂ ਕਰ ਦਈਏ ਤੇ ਸਮਾਜ ਵਿੱਚ ਇੱਕ ਚੰਗੀ ਪਰੰਪਰਾ ਦਾ ਵੀ ਸਥਾਪਿਤ ਕਰੀਏ, ਉਹਨੂੰ ਵੀ ਸ਼ੁਰੂ ਕਰੀਏ. ਇਹਦੇ ਬਾਰੇ ਤੁਸੀਂ ਚਰਚਾ ਕਰ ਸਕਦੇ ਹੋ ਕਿ ਕਿਉਂ ਨਾ ਆਪਾਂ ਧੀਆਂ ਦੀ ਲੋਹੜੀ ਵੀ ਮਨਾਉਣਾ ਸ਼ੁਰੂ ਕਰ ਦਈਏ, ਹੈ ਕਿ ਨਹੀਂ? We have talked about air and road travel. Traveling means going from one place to another. ਅਸੀਂ ਹਵਾਈ ਤੇ ਸੜਕੀ ਯਾਤਰਾ ਬਾਰੇ ਗੱਲ ਕੀਤੀ ਹੈ. ਯਾਤਰਾ ਜਾਂ ਫਿਰ ਟਰੈਵਲਿੰਗ ਦਾ ਮਤਲਬ ਹੁੰਦਾ ਹੈ ਇੱਕ ਥਾਂ ਤੋਂ ਦੂਜੇ ਥਾਂ ਜਾਣਾ. ਇੱਥੇ ਸਵਾਲ ਪੁੱਛਿਆ ਹੈ, have you got the opportunity to see the hills? ਕੀ ਤੁਹਾਨੂੰ ਪਹਾੜਾਂ ਨੂੰ ਦੇਖਣ ਦਾ ਮੌਕਾ ਮਿਲਿਆ? ਤੇ ਮੈਂ ਇੱਥੇ ਲਿਖਿਆ yes, I had an opportunity to see the hills with my family. ਹਾਂਜੀ, ਮੈਨੂੰ ਪਹਾੜਾਂ ਨੂੰ ਦੇਖਣ ਦਾ ਮੌਕਾ ਮਿਲਿਆ ਸੀ ਤੇ ਮੈਂ ਉੱਥੇ ਆਪਣੇ ਪਰਿਵਾਰ ਨਾਲ ਗਈ ਸੀ. Second question, how did you travel? On foot or by any vehicle? ਤੁਸੀਂ ਪੈਦਲ ਗਏ ਜਾਂ ਕਿਸੇ ਵਾਹਨ ਰਾਹੀਂ ਯਾਤਰਾ ਕੀਤੀ? We traveled some part of the journey in car and some part on train. ਅਸੀਂ ਸਫ਼ਰ ਦਾ ਕੁਝ ਹਿੱਸਾ ਕਾਰ ਵਿੱਚ ਤੇ ਕੁਝ ਹਿੱਸਾ ਰੇਲ ਦੇ ਵਿੱਚ ਸਫ਼ਰ ਕਰਕੇ ਪੂਰਾ ਕੀਤਾ. ਅੱਗੇ ਹੈ climbing the mountains or hills without any vehicle is called mountaineering. Mountaineering ਤੋਂ ਭਾਵ ਹੈ ਬਿਨਾਂ ਕਿਸੇ ਵਾਹਨ ਤੋਂ ਪਹਾੜ ਜਾਂ ਪਹਾੜੀ ਨੂੰ ਚੜ੍ਹਨਾ. Bachendri Pal is the first Indian woman and fifth woman in the world to climb the highest peak of Mount Everest. Bachendri Pal ਇੰਡੀਆ ਦੀ, ਭਾਰਤ ਦੀ ਪਹਿਲੀ ਮਹਿਲਾ ਸੀ ਤੇ ਦੁਨੀਆ ਵਿੱਚੋਂ ਪੰਜਵੀਂ ਮਹਿਲਾ ਸੀ ਜਿਨ੍ਹਾਂ ਨੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ. Bachendri Pal got the opportunity to climb for the first time when she was 12 years old. ਬੇਚੇਂਦਰੀ ਪਾਲ ਨੂੰ ਪਹਿਲੀ ਵਾਰ ਪਹਾੜਾਂ ਤੇ ਚੜ੍ਹਨ ਦਾ ਮੌਕਾ ਤਦ ਮਿਲਿਆ ਜਦ ਉਹ ਸਿਰਫ 12 ਸਾਲ ਦੇ ਸਨ. She climbed the height of 4000 meter along with her friends. ਤੇ ਉਹਨਾਂ ਨੇ ਆਪਣੇ ਦੋਸਤਾਂ ਨਾਲ 4000 ਮੀਟਰ ਦੀ ਉਚਾਈ ਦੀ ਚੜ੍ਹਾਨ ਤੈਅ ਕਰ ਲਈ ਆਪਣੇ ਦੋਸਤਾਂ ਨਾਲ. She did not climb this height with any planning. ਤੇ ਉਹਨਾਂ ਨੇ ਉਚਾਈ ਕਿਸੇ ਯੋਜਨਾ ਦੇ ਤਹਿਤ ਨਹੀਂ ਚੜ੍ਹੀ ਸੀ. Actually, she went for a picnic organized by school. ਅਸਲ ਵਿੱਚ ਉਹ ਸਕੂਲ ਦੁਆਰਾ ਆਯੋਜਿਤ ਇੱਕ ਪਿਕਨਿਕ ਦੇ ਲਈ ਗਈ ਸੀ. She started climbing with her friends and kept on climbing. It was late in the evening and was not possible for them to reach back. ਤੇ ਉਹ ਆਪਣੇ ਦੋਸਤਾਂ ਨਾਲ ਚੜ੍ਹਨ ਲੱਗੀ ਤੇ ਚੜ੍ਹਦੇ ਹੀ ਗਏ. ਸ਼ਾਮ ਹੋ ਚੁੱਕੀ ਸੀ ਤੇ ਉਹਨਾਂ ਲਈ ਵਾਪਸ ਪਹੁੰਚਣਾ ਸੰਭਵ ਨਹੀਂ ਸੀ. They had no arrangements for stay. ਤੇ ਰਹਿਣ ਦੇ ਲਈ ਵੀ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਸੀ. That night they had to stay without any tent and food. ਉਸ ਰਾਤ ਉਹਨਾਂ ਨੂੰ ਬਿਨਾਂ ਕਿਸੇ ਤੰਬੂ ਤੇ ਭੋਜਨ ਤੋਂ ਰਹਿਣਾ ਪਿਆ. After that she took proper training in mountaineering and flew the Tiranga on Mount Everest to make India proud in the world. ਉਸ ਤੋਂ ਬਾਅਦ ਉਹਨਾਂ ਨੇ ਮਾਊਂਟੇਨਰਿੰਗ ਦੀ ਪ੍ਰੋਪਰ ਸਹੀ ਟ੍ਰੇਨਿੰਗ ਵੀ ਲਈ, ਸਿੱਖਿਆ ਲਈ ਤੇ ਉਸ ਤੋਂ ਬਾਅਦ ਮਾਊਂਟ ਐਵਰੈਸਟ ਤੇ ਚੜ੍ਹ ਕੇ ਉਹਨਾਂ ਨੇ ਆਪਣੇ ਦੇਸ਼ ਦਾ ਝੰਡਾ ਉੱਥੇ ਗਾੜਿਆ ਤੇ ਦੇਸ਼ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ. ਆ ਦੇਖੋ ਬਚੇਂਦਰੀ ਪਾਲ 2007 ਦੀ ਉਹਨਾਂ ਦੀ ਤਸਵੀਰ. Gagan's teacher was writing something. Gagan ਦੇ ਅਧਿਆਪਕ ਕੁਝ ਲਿਖ ਰਹੇ ਸਨ. On being asked by Gagan, he replied, I am preparing to take you all for a picnic.
ਤੇ ਪੁੱਛਣ ਤੇ ਉਹਨਾਂ ਨੇ ਜਵਾਬ ਦਿੱਤਾ ਜਦ ਗਗਨ ਨੇ ਉਹਨਾਂ ਨੂੰ ਪੁੱਛਿਆ ਕਿ ਬੱਚਿਓ ਮੈਂ ਤੁਹਾਨੂੰ ਸਾਰਿਆਂ ਨੂੰ ਪਿਕਨਿਕ ਤੇ ਲੈ ਜਾਣ ਦੀ ਤਿਆਰੀ ਕਰ ਰਿਹਾ ਹਾਂ। ਪ੍ਰਭਜੋਤ ਆਸਕਡ ਸਰ what is there to write? ਤੇ ਪ੍ਰਭਜੋਤ ਨੇ ਪੁੱਛਿਆ ਵੀ ਸਰ ਇਸ ਦੇ ਵਿੱਚ ਲਿਖਣ ਵਾਲੀ ਕੀ ਗੱਲ ਹੈ? ਟੀਚਰ said before doing any work it is good to plan it in writing। ਤੇ ਅਧਿਆਪਕ ਨੇ ਕਿਹਾ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਲਿਖਿਤ ਰੂਪ ਵਿੱਚ ਯੋਜਨਾ ਬਣਾਣੀ ਵਧੀਆ ਹੁੰਦੀ ਹੈ। You have just now listened to Bechendri Pal's childhood story। ਤੁਸੀਂ ਹੁਣੇ ਬੇਚੇਂਦਰੀ ਪਾਲ ਦੇ ਬਚਪਨ ਦੀ ਕਹਾਣੀ ਸੁਣੀ। So I have prepared a list of works to be done and things needed। ਇਸ ਲਈ ਮੈਂ ਜੋ ਕੰਮ ਕਰਨੇ ਨੇ ਤੇ ਜੋ ਲੋੜਵੰਦਾਂ ਚੀਜ਼ਾਂ ਹੈਗੀਆਂ ਨੇ ਉਹਨਾਂ ਦੀ ਇੱਕ ਸੂਚੀ ਬਣਾਈ ਹੈ। ਗਗਨ saw the list which included ਗਗਨ ਨੇ ਉਹ ਸੂਚੀ ਦੇਖੀ ਜਿਸ ਵਿੱਚ ਕੀ ਸੀ। ਪਹਿਲਾ permission from the principal ਤੋਂ ਇਜਾਜ਼ਤ ਕਿ ਬੱਚਿਆਂ ਨੂੰ ਲੈ ਕੇ ਜਾਇਆ ਜਾ ਸਕੇ ਜਾਂ ਨਹੀਂ। ਸੈਕਿੰਡ selection of a place ਸਥਾਨ ਦੀ ਚੋਣ ਵੀ ਕਿੱਥੇ ਲੈ ਕੇ ਜਾਣਾ ਹੈ ਕਿਹੜੀ ਸੁਰੱਖਿਅਤ ਥਾਂ ਹੈ। ਥਰਡ eatables to be taken ਖਾਣ ਪੀਣ ਦੀਆਂ ਚੀਜ਼ਾਂ ਕਿਹੜੀਆਂ ਲੈ ਕੇ ਜਾਣੀਆਂ ਨੇ। ਫੋਰਥ a rug for sitting ਬੈਠਣ ਦੇ ਲਈ ਇੱਕ ਚਟਾਈ ਜਾਂ ਦਰੀ। ਫਿਫਥ first aid kit some common medicines and bandages ਤੇ ਪੰਜਵਾਂ first aid ਦੀ kit ਕੁਝ ਆਮ ਦਵਾਈਆਂ ਤੇ ਪੱਟੀਆਂ। As per the plan, all students went for a picnic, enjoyed and learned so many new things। ਤੇ ਯੋਜਨਾ ਦੇ ਅਨੁਸਾਰ ਸਾਰੇ ਵਿਦਿਆਰਥੀ ਪਿਕਨਿਕ ਲਈ ਗਏ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਉਹਨਾਂ ਨੇ ਸਿੱਖੀਆਂ ਤੇ ਬਹੁਤ ਆਨੰਦ ਮਾਣਿਆ। Have you ever enjoyed a picnic? ਕੀ ਤੁਸੀਂ ਕਦੇ ਪਿਕਨਿਕ ਦਾ ਆਨੰਦ ਮਾਣਿਆ? If yes, then write down your own experiences in a notebook। ਜੇਕਰ ਹਾਂ ਤਾਂ ਆਪਣੀ ਨੋਟਬੁੱਕ ਦੇ ਵਿੱਚ ਆਪਣਾ ਅਨੁਭਵ ਲਿਖੋ। ਠੀਕ ਹੈ ਬੱਚਿਓ। For teacher ਅਧਿਆਪਕ ਲਈ ਵੀ ਕੁਝ ਹੈਗਾ। Take students for a picnic to a nearby tourist place। ਵਿਦਿਆਰਥੀਆਂ ਨੂੰ ਕਿਸੇ ਨੇੜਲੇ ਟੂਰਿਸਟ ਥਾਂ ਤੇ ਜਿੱਥੇ ਲੋਕ ਆਉਂਦੇ ਨੇ ਉੱਥੇ ਲੈ ਕੇ ਜਾਇਆ ਜਾਏ। This spot should be near the school so that students can go on foot। ਤੇ ਇਹ ਸਥਾਨ ਸਕੂਲ ਦੇ ਨੇੜੇ ਹੋਣਾ ਚਾਹੀਦਾ ਹੈ ਤਾਂ ਜੋ ਬੱਚੇ ਪੈਦਲ ਵੀ ਜਾ ਸਕਣ। ਅੱਗੇ ਹੈ things to remember ਯਾਦ ਰੱਖਣ ਵਾਲੀਆਂ ਗੱਲਾਂ। There are limited reserves of petrol and diesel। ਪੈਟਰੋਲ ਤੇ ਡੀਜ਼ਲ ਦੇ ਸੀਮਿਤ ਭੰਡਾਰ ਹੈਗੇ ਨੇ। Blind use of energy sources creates not only economical burden but our surroundings also get polluted due to the emission of poisonous smoke released by the vehicles। ਜਿਹੜਾ ਆਪਾਂ ਅੰਨੇਵਾਹ ਵਰਤੋਂ ਕਰੀ ਜਾ ਰਹੇ ਨੇ ਪੈਟਰੋਲ ਦੀ ਡੀਜ਼ਲ ਦੀ ਉਹਦੇ ਆਰਥਿਕ ਨੁਕਸਾਨ ਵੀ ਹੈਗੇ ਨੇ ਨਾਲ ਦੀ ਨਾਲ ਸਾਡਾ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਕਿਉਂਕਿ ਵਾਹਨਾਂ ਤੋਂ ਜੋ ਵੀ ਧੂਆਂ ਨਿਕਲਦਾ ਹੈ ਉਹ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ। ਐਰੋਪਲੇਨਸ ਆਰ ਯੂਜ਼ਡ ਟੂ ਟਰੈਵਲ ਅਬਰੋਡ ਵਿਦੇਸ਼ ਜਾਣ ਲਈ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। To climb over a mountain without using any transport is called mountaineering। ਬਿਨਾ ਆਵਾਜਾਈ ਦੀ ਵਰਤੋਂ ਕੀਤੇ ਬਿਨਾ ਪਹਾੜਾਂ ਉੱਤੇ ਚੜਨਾ ਉਸਨੂੰ ਮਾਊਂਟੇਨਰਿੰਗ ਕਿਹਾ ਜਾਂਦਾ ਹੈ। ਠੀਕ ਹੈ ਬੱਚਿਓ। ਅੱਗੇ ਹੈ fourth question fill in the blanks ਖਾਲੀ ਥਾਂ ਭਰੋ। ਪਹਿਲਾ heat pressure energy pilot mountaineers ਤੇ ਨਾਲ ਦੀ ਨਾਲ limited ਜਿਹਦਾ ਮਤਲਬ ਹੈ ਸੀਮਿਤ। ਪਹਿਲਾ ਹੈ coal petroleum and gas are formed due to dash and dash of earth। coal petroleum ਤੇ gas ਗਰਮੀ ਵਿੱਚ ਤੇ ਪ੍ਰੈਸ਼ਰ ਨਾਲ ਬਣਦੇ ਨੇ ਧਰਤੀ ਦੇ ਹੇਠਾਂ ਤੇ ਇਹਦਾ ਆਨਸਰ ਹੈ heat and pressure। second burning of coal produces dash energy। ਕੋਲ ਬਾਲਣ ਦੇ ਨਾਲ એનર્ਜੀ ਪੈਦਾ ਹੁੰਦੀ ਹੈ। Third, Sukhdeep Kaur was a dash। Sukhdeep Kaur ਇੱਕ pilot ਸੀ। Fourth, the sources of energy are limited। ਊਰਜਾ ਦੇ ਜਿਹੜੇ sources ਹੈਗੇ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਨੇ। Fifth, the mountain trekkers are called mountaineers। ਜੋ ਲੋਕ ਪਹਾੜਾਂ ਦੀ ਸੈਰ ਕਰਦੇ ਨੇ ਪਹਾੜਾਂ ਤੇ ਚੜ੍ਹਦੇ ਨੇ ਬਿਨਾਂ ਵਾਹਨ ਤੋਂ ਉਹਨਾਂ ਨੂੰ ਆਪਾਂ mountaineers ਕਹਿੰਦੇ ਨੇ। ਅੱਗੇ ਹੈ fifth question who was Bechendri Pal?
बिजेंद्रीपाल कौन सी? शी वॉज द फर्स्ट इंडियन लेडी हु क्लाइंब, या तुसी लिख सकते हो स्केल्ड माउंट एवरेस्ट। वो पहली भारतीय औरत सी जिसने माउंट एवरेस्ट की चढ़ाई की थी। 6th, हाउ वर पेट्रोल, डीजल एंड एलपीजी फॉर्म्ड अंडर द अर्थ? किवें पेट्रोल, डीजल ते एलपीजी धरती हेठा बनदे ने या बने सी? इसका आंसर है millions and millions of years ago, a large number of animals and plants got buried under the earth. ਲੱਖਾਂ ਕਰੋੜਾਂ ਸਾਲ ਪਹਿਲੇ ਬਹੁਤ ਸਾਰੇ ਜਾਨਵਰ ਤੇ ਪੌਦੇ ਧਰਤੀ ਹੇਠ ਦਬ ਗਏ ਸਨ। As time passed, they got converted into layers of soil, rocks and stones. ਤੇ ਸਮਾਂ ਬੀਤਣ ਨਾਲ ਉਹ ਮਿੱਟੀ, ਚਟਾਨ ਤੇ ਪੱਥਰਾਂ ਦੇ ਵਿੱਚ ਬਦਲ ਗਏ। But due to excessive heat and lack of air under the earth, those that were deep inside transformed into oil, gas and coal. पर बहुत ज्यादा गर्मी ते धरती हेठ हवा ना होने कारण बहुत सारियां चीजां जिवें जो जीव जंतु सी या पौधे सी वो तब्दील हो गए ऑयल, गैस या कोल दे विच। अगे है 7th question, who was Sukhdeep? What did she want to be in her childhood? सुखदीप कौन सी? वो की बनना चाहती सी अपने बचपन विच? Sukhdeep Kaur was a pilot. Sukhdeep Kaur pilot सी। She became the first women pilot instructor from Punjab. ਤੇ ਪੰਜਾਬ ਤੋਂ ਵੀ ਉਹ ਪਹਿਲੀ ਮਹਿਲਾ ਪਾਇਲਟ ਇੰਸਟ੍ਰਕਟਰ ਬਣੀ ਜੋ ਲੋਕਾਂ ਨੂੰ ਦੱਸਦੀ ਸੀ ਵੀ ਕਿਵੇਂ ਫਲਾਈ ਕਰਨਾ ਹੈ, ਸਿਖਾਉਂਦੀ ਸੀ। She wanted to become a pilot ever since she was a kid. बचपन तो ही वो पायलट बनना चाहती सी, ओदी इच्छा रखती सी। अगे है 8th question, how can we control air pollution caused by petrol and diesel? किवें असी जो प्रदूषण पैदा ਹੁੰਦਾ ਹੈ ਹਵਾ ਦੇ ਵਿੱਚ ਪੈਟਰੋਲ ਤੇ ਡੀਜ਼ਲ ਤੋਂ ਉਹਨੂੰ ਰੋਕ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ। We can control air pollution caused by petrol and diesel in the following ways. ਅਸੀਂ ਹੇਠ ਦਿੱਤੇ ਤਰੀਕਿਆਂ ਨਾਲ ਪੈਟਰੋਲ ਤੇ ਡੀਜ਼ਲ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕ ਸਕਦੇ ਹਾਂ। ਪਹਿਲਾ, it is important to switch off the vehicle at red light. ਲਾਲ ਬੱਤੀ ਤੇ ਵਾਹਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਮਹੱਤਵਪੂਰਨ ਹੈਗਾ ਇਹ। Second, we must use public transport as much as possible instead of private vehicles. ਤੇ ਸਾਨੂੰ ਨਿੱਜੀ ਵਾਹਨ ਦੀ ਬਜਾਏ ਸਾਨੂੰ ਪਬਲਿਕ ਟਰਾਂਸਪੋਰਟ ਆਵਾਜਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਬੱਸ ਹੋ ਗਈ। Third, if you want to travel to nearby places, we should go on foot or cycle. ਜੇਕਰ ਸਾਨੂੰ ਨੇੜੇ ਤੇੜੇ ਹੀ ਜਾਣਾ ਹੋਵੇ, ਨੇੜਲੇ ਸਥਾਨਾਂ ਤੇ ਜਾਣਾ ਹੋਵੇ ਤਾਂ ਸਾਨੂੰ ਪੈਦਲ ਜਾਂ ਸਾਈਕਲ ਦੀ ਇਸਤੇਮਾਲ ਕਰਨੀ ਚਾਹੀਦੀ ਹੈ। Fourth, it is important to get our vehicles serviced from time to time to decrease fuel consumption. ਸਮੇਂ ਸਮੇਂ ਤੇ ਸਾਨੂੰ ਆਪਣੇ ਵਾਹਨ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਘੱਟ ਬਾਲਣ ਦਾ ਇਸਤੇਮਾਲ ਕਰੇ ਜਾਂ ਫਿਊਲ ਜਿਹਨੂੰ ਆਪਾਂ ਪੈਟਰੋਲ ਜਾਂ ਡੀਜ਼ਲ ਕਹੀਦਾ। ਠੀਕ ਹੈ ਬੱਚਿਓ, ਇਹ ਸੀ ਅੱਜ ਦੀ ਕਲਾਸ ਤੇ I hope you enjoyed it. We'll meet next soon. Till then, take care. Bye bye.